ਐਜ਼ ਅ ਰਜਿਸਟਰਡ ਪ੍ਰੈਕਟੀਕਲ ਨਰਸ ਮੈਂ ਆਪਣੇ ਤਜਰਬੇ ਤੋਂ ਤੁਹਾਨੂੰ ਇਹ ਗੱਲ ਦੱਸ ਸਕਦਾ ਕਿ ਸਿਸਟਮ ਟੋਟਲੀ ਕਲੈਪਸ ਹੋਇਆ, ਬਹੁਤ ਵੱਡਾ ਫੇਲੀਅਰ ਹੈ ਜੀ, ਤੇ ਇਹ ਹੱਲੇ ਵੀ ਕ੍ਰਾਈਸਿਸ ਵੱਲ ਨੂੰ ਹੋਰ ਵੱਧ ਰਿਹਾ। ਤੁਸੀਂ ਇਹ ਦੇਖੋ ਵੀ ਜਿਹੜਾ ਸਟਾਫਿੰਗ ਜਿਹੜਾ ਵਰਕਰਸ ਨੇ ਉਹ ਜਦੋਂ ਸਿਸਟਮ ਤੋਂ ਉਹ ਪੈਰ ਖਿੱਚਣ ਲੱਗ ਪਣ, ਮੈਂ ਆਪਣੇ ਨਾਲ ਦੇ ਬਹੁਤ ਸਾਰੇ ਇਹੋ ਜਿਹੇ ਵਿਅਕਤੀਆਂ ਨੂੰ ਜਾਣਦਾ ਜਿਹਨੀ ਮੇਰੇ ਨਾਲ ਸਕੂਲ 'ਚ ਗਏ ਸੀ, ਮੇਰੇ ਨਾਲ ਨਰਸਿੰਗ ਕੀਤੀ ਸੀ, ਤੇ ਉਹ ਇਸ ਪ੍ਰੋਫੈਸ਼ਨ ਤੋਂ ਬਰਨ ਆਊਟ ਹੋ ਕੇ ਬਾਹਰ ਚਲੇ ਜਾਣ ਲੱਗ ਪਏ ਨੇ। ਓਨਟਾਰੀਓ ਦਾ ਹੈਲਥ ਕੇਅਰ ਸਿਸਟਮ ਪਿਛਲੇ ਕਈ ਸਾਲਾਂ ਤੋਂ ਨਿਗਾਰ ਵੱਲ ਜਾ ਰਿਹਾ ਹੈ, ਪਰ ਮਹਾਮਾਰੀ ਨੇ ਇਸ ਦੇ ਖਰਾਬ ਹਾਲਾਤਾਂ ਨੂੰ ਬੁਰੀ ਤਰ੍ਹਾਂ ਉਜਾਗਰ ਕਰ ਦਿੱਤਾ। ਓਨਟਾਰੀਓ ਦੇ ਫਾਈਨੈਂਸ਼ੀਅਲ ਅਕਾਊਂਟੇਬਿਲਿਟੀ ਆਫਿਸ ਦੀ ਇੱਕ ਰਿਪੋਰਟ ਮੁਤਾਬਕ ਸਾਲ 2008 ਤੋਂ ਸੂਬੇ ਅੰਦਰ ਪ੍ਰਤੀ ਵਿਅਕਤੀ ਸਿਹਤ ਉੱਪਰ ਹੋਣ ਵਾਲਾ ਖਰਚਾ ਲਗਾਤਾਰ ਦੇਸ਼ ਵਿੱਚ ਸਭ ਤੋਂ ਹੇਠਲੇ ਪੱਧਰਾਂ ਵਿੱਚੋਂ ਇੱਕ ਰਿਹਾ ਹੈ। ਰਿਪੋਰਟ ਮੁਤਾਬਕ ਕੋਵਿਡ-19 ਮਹਾਮਾਰੀ ਦੇ ਪਹਿਲੇ ਸਾਲ ਦੌਰਾਨ ਵੀ ਓਨਟਾਰੀਓ ਅਜਿਹਾ ਸੂਬਾ ਸੀ ਜਿੱਥੇ ਪ੍ਰਤੀ ਵਿਅਕਤੀ ਸਿਹਤ ਸੰਭਾਲ ਉੱਪਰ ਹੋਣ ਵਾਲਾ ਖਰਚਾ $4800 ਸੀ, ਜੋ ਕਿ ਹੋਰਨਾਂ ਸੂਬਿਆਂ ਦੀ ਐਵਰੇਜ ਤੋਂ 10% ਘੱਟ ਸੀ। ਸੋ ਓਨਟਾਰੀਓ ਦੇ ਵਿੱਚ ਕਿਉਂਕਿ ਫੰਡਿੰਗ ਇੱਕ ਤਾਂ ਘਟਾਈ ਵੀ ਗਈ ਹੋਈ ਹੈ ਪਿਛਲੇ 30 ਸਾਲਾਂ ਦੇ ਵਿੱਚ ਆਪਣੇ ਹੈਲਥ ਕੇਅਰ ਲਈ, ਤੇ ਨਾਲ ਜਿੰਨੀ ਫੰਡਿੰਗ ਦੀ ਲੋੜ ਆ ਬੇਸਡ ਔਨ ਪਾਪੂਲੇਸ਼ਨ ਜਿੰਨੀ ਵਧੀ ਆ ਜਾਂ ਜਿੰਨੇ ਪ੍ਰੋਬਲਮਸ ਆਏ ਨੇ ਉਹ ਵਧਾਈ ਨਹੀਂ ਹੋਈ। ਸੋ ਬਹੁਤ ਸਾਰੇ ਕੇਸਿਸ ਦੀ ਬੈਕਲੌਗ ਆ, ਲੋਕ ਸਰਵਿਸਿਜ਼ ਐਕਸੈਸ ਨਹੀਂ ਕਰ ਸਕਦੇ ਟਾਈਮ ਦੇ ਵਿੱਚ। ਓਨਟਾਰੀਓ ਮੈਡੀਕਲ ਐਸੋਸੀਏਸ਼ਨ ਨੇ ਕਿਹਾ ਹੋਇਆ ਵੀ ਇਸ ਵਕਤ 20,000 ਕੇਸਿਸ ਦਾ ਬੈਕਲੌਗ ਆ। ਓਨਟਾਰੀਓ ਸਮੁੱਚੇ ਕੈਨੇਡਾ 'ਚੋਂ ਲੋਐਸਟ ਆ 1000 ਪਿੱਛੇ ਬੈੱਡਸ 2.2 ਬੈੱਡਸ ਆ ਓਨਟਾਰੀਓ 'ਚ, ਜਦ ਕਿ ਕੈਨੇਡਾ ਦੇ ਐਵਰੇਜ 2.5 ਆ। ਬਾਕੀ ਸਾਰੇ ਪ੍ਰੋਵਿੰਸਸ ਇਹਦੇ ਤੋਂ ਉੱਪਰ ਆ। ਈਵਨ ਜਿਹੜੀ ਹੌਸਪੀਟਲ ਸਟੇ ਆ ਉਹ ਵੀ ਪਹਿਲੇ ਸਮੇਂ ਤੋਂ ਘੱਟ ਵਾ, ਲੋਕਾਂ ਨੂੰ ਘੱਟ ਸਮੇਂ ਹੌਸਪੀਟਲ 'ਚ ਰੱਖਿਆ ਜਾਂਦਾ। ਜਦੋਂ ਇੱਕ ਹੌਸਪੀਟਲ ਬੈੱਡ ਦੀ ਗੱਲ ਕਰਦੇ ਆ, ਉਹ ਬੈੱਡ ਦਾ ਮਤਲਬ ਇਕੱਲਾ ਇੱਕ ਫਿਜ਼ੀਕਲ ਬੈੱਡ ਦੀ ਆਇਡੈਂਟੀਟੀ ਨਹੀਂ ਹੈ, ਉਹਦੇ ਨਾਲ ਉਹ ਬੈੱਡ ਨੂੰ ਉਹਦੇ ਨਾਲ ਕਿੰਨੇ ਪੋਰਟਰਸ ਆਉਂਦੇ ਨੇ, ਕਿੰਨੇ ਉਹਦੇ ਨਾਲ ਨਰਸਿਸ ਆਉਂਦੀਆਂ, ਕਿੰਨੇ ਨਾਲ ਪਰਸਨਲ ਸਪੋਰਟ ਵਰਕਰ ਆਉਂਦੇ ਨੇ, ਕਿੰਨੇ ਉਹਦੇ ਨਾਲ ਨਰਸ ਪ੍ਰੈਕਟੀਸ਼ਨਰ ਆਉਂਦੇ ਨੇ, ਕਿੰਨੇ ਉਹਦੇ ਨਾਲ ਫਿਜ਼ੀਓਥੈਰੇਪਿਸਟ ਆਉਂਦੇ ਨੇ, ਉਹ ਸਾਰਾ ਕੁਝ ਆਉਂਦਾ। ਸੋ ਉਹ ਆਲਰੇਡੀ ਸਟਰਗਲ ਕਰ ਰਿਹਾ ਸੀ ਤੇ ਕੋਵਿਡ ਦੇ ਦੌਰਾਨ ਉਹ ਬਿਲਕੁਲ ਹੀ ਕਲੈਪਸ ਕੀਤਾ ਜੀ। ਰਜਿਸਟਰਡ ਪ੍ਰੈਕਟੀਕਲ ਨਰਸ ਬਲਜੀਤ ਬੈਂਸ ਲੌਂਗ ਟਰਮ ਕੇਅਰ ਹੋਮ ਵਿੱਚ ਕੰਮ ਕਰਦੇ ਨੇ। ਫਰੰਟਲਾਈਨ ਵਰਕਰ ਹੋਣ ਕਾਰਨ ਉਹ ਇਸ ਖੇਤਰ ਦੀਆਂ ਕਮਜ਼ੋਰੀਆਂ ਨੂੰ ਬਾਰੀਕੀ ਨਾਲ ਸਮਝਦੇ ਨੇ। ਉਹਨਾਂ ਸਟਾਫ ਦੀ ਕਮੀ ਕਾਰਨ ਸੂਬੇ ਦੇ ਹੈਲਥ ਸਿਸਟਮ ਉੱਪਰ ਪੈ ਰਹੇ ਭਾਰ ਨੂੰ ਖੁਦ ਅੱਖੀਂ ਦੇਖਿਆ ਹੈ। ਰਜਿਸਟਰਡ ਨਰਸਿਸ ਐਸੋਸੀਏਸ਼ਨ ਆਫ ਓਨਟਾਰੀਓ ਦੀ ਪਿਛਲੇ ਸਾਲ ਦੀ ਰਿਪੋਰਟ ਅਨੁਸਾਰ ਸੂਬੇ ਵਿੱਚ ਪਰ ਕੈਪੀਟਾ ਬੇਸਿਸ ਤੇ ਪੂਰੇ ਕੈਨੇਡਾ ਨਾਲੋਂ ਮਾਰਚ 2020 ਵਿੱਚ ਕਰੀਬ 22,000 ਰਜਿਸਟਰਡ ਨਰਸਿਸ ਦੀ ਘਾਟ ਸੀ। ਸਟਾਫਿੰਗ ਦਾ ਜਿਹੜਾ ਇਸ਼ੂ ਸੀ ਉਹ ਇੰਨਾ ਵੱਡਾ ਸੀ ਕਿ ਮੈਂ ਆਪਣੇ ਨਿੱਜੀ ਤਜਰਬੇ ਤੁਹਾਨੂੰ ਇਹ ਗੱਲ ਦੱਸਦਾ ਕਿ ਜਦੋਂ ਮੈਂ ਸ਼ੁਰੂ ਕੀਤਾ ਕੋਵਿਡ ਤੋਂ ਪਹਿਲਾਂ ਕੰਮ ਕਰਦਾ ਸੀ, ਜਦੋਂ ਮੈਂ ਆਪਣੇ ਲੌਂਗ ਟਰਮ ਕੇਅਰ 'ਚ ਖਾਸ ਕਰਕੇ ਮੈਂ ਕੰਮ ਕਰਦਾ ਸੀ, ਜਦੋਂ ਮੈਂ ਜਾਂਦਾ ਸੀ ਮੇਰੇ ਜਾਣ ਦਾ ਟਾਈਮ ਸੀ, ਮੇਰੇ ਆਉਣ ਦਾ ਕੋਈ ਟਾਈਮ ਨਹੀਂ ਸੀ। ਹੈਲਥ ਸਿਸਟਮ ਵਿੱਚ ਸਟਾਫਿੰਗ ਦੀ ਕਮੀ ਦੇ ਗੰਭੀਰ ਮਸਲੇ ਤੋਂ ਸਿਆਸੀ ਲੀਡਰ ਵੀ ਜਾਣੂ ਨੇ, ਜਿਸ ਦੀ ਪੂਰਤੀ ਲਈ ਸੂਬੇ ਦੀਆਂ ਚੋਣਾਂ ਨੂੰ ਦੇਖਦੇ ਹੋਏ ਸਾਰੀਆਂ ਪਾਰਟੀਆਂ ਦੇ ਲੀਡਰਾਂ ਵੱਲੋਂ ਕਈ ਤਰ੍ਹਾਂ ਦੇ ਵਾਅਦੇ ਵੀ ਕੀਤੇ ਜਾ ਰਹੇ ਨੇ। ਜਿਹੜੇ ਇੰਟਰਨੈਸ਼ਨਲੀ ਟ੍ਰੇਨਡ ਮੈਡੀਕਲ ਪ੍ਰੋਫੈਸ਼ਨਲਸ ਆ ਉਹਨਾਂ ਦੇ ਕ੍ਰੈਡੈਂਸ਼ੀਅਲਸ ਰੈਕਗਨਾਈਜ਼ ਕਰਨਾ ਚਾਹੁੰਦੇ ਐਂਡ ਉਹਨਾਂ ਨੂੰ ਇੰਪਲੋਇਮੈਂਟ ਓਪਰਚੁਨਿਟੀਜ਼ ਮਿਲਣੀਆਂ ਚਾਹੀਦੀਆਂ। ਜਿਹੜੀ ਸਾਡੀ ਹੈਲਥ ਕੇਅਰ ਸਟਾਫਿੰਗ ਕ੍ਰਾਈਸਿਸ ਆ ਇਹ ਸਿੰਪਲੀ ਆਪਣੇ ਡੋਮੈਸਟਿਕ ਵਰਕਰਸ ਦੇ ਨਾਲ ਸੋਲਵ ਨਹੀਂ ਹੋਣੀ। I think that, you know, at the very sort of baseline, it's reallocating funding properly and also seeing what programs are available where, and then finding, okay, so if there are deficiencies in the system, what are the next steps we can take to help roll out access, right? ਡਾਕਫੋਰਡ ਸਰਕਾਰ ਨੇ ਕਹਿ ਲਓ ਕਿ ਬਰੈਂਪਟਨ ਦੀਆਂ ਮੰਗਾਂ ਨੂੰ ਮੋਹਰੇ ਰੱਖਦੇ ਹੋਏ ਜਿਹੜਾ ਹਸਪੀਟਲ ਜਿਹੜਾ ਅਨਾਉਂਸ ਕੀਤਾ, ਉਹਦੇ ਨਾਲ ਦੀ ਨਾਲ ਔਨ ਟਾਪ ਆਫ ਦੈਟ ਜਿਹੜਾ ਜੀ ਆਪਣਾ ਅਨੁਰੂਚੀ ਇੱਕ ਮੈਡੀਕਲ ਸਕੂਲ ਵੀ ਜਿਹੜਾ ਬਰੈਂਪਟਨ ਨੂੰ ਮਿਲਿਆ ਵਾ। ਇਹ 100 ਸਾਲ ਦੇ ਵਿੱਚ GTA 'ਚ ਕਦੀ ਨਹੀਂ ਹੋਇਆ ਕਿ ਮੈਡੀਕਲ ਸਕੂਲ ਜਿਹੜਾ ਬਰੈਂਪਟਨ ਦੇ ਵਿੱਚ ਆਇਆ ਹੋਵੇ ਜਾਂ GTA ਦੇ ਵਿੱਚ ਆਇਆ ਹੋਵੇ। ਨਾਲੇ ਜਿਹੜੇ ਸਾਡੇ ਨਰਸਿੰਗ ਪ੍ਰੋਗਰਾਮਸ ਨੇ ਯੂਨੀਵਰਸਿਟੀ ਸਕੂਲਾਂ 'ਚ ਅਸੀਂ ਉਹਨੂੰ 10% ਪਰ ਈਅਰ ਇਨਕਰੀਜ਼ ਕਰਨਾ, ਸੋ ਸਾਡੀ ਸਟਾਫਿੰਗ ਇਨਕਰੀਜ਼ ਹੋਵੇ। 250,000 surgeries backlog ne hun, so ਅਸੀਂ Ontario Liberal Party ਨੇ $1 billion ਇਨਵੈਸਟਮੈਂਟ ਕਰਕੇ ਉਹ backlog ਕਲੀਅਰ ਕਰਨੀ ਆ। ਸੂਬੇ ਵਿੱਚ ਹੁਣ ਤੱਕ ਕੋਵਿਡ ਕਾਰਨ ਦਰਜ ਹੋਈਆਂ ਕੁੱਲ 13,000 ਤੋਂ ਵੱਧ ਮੌਤਾਂ ਵਿੱਚੋਂ 4300 ਤੋਂ ਵੱਧ ਮੌਤਾਂ ਲੌਂਗ ਟਰਮ ਕੇਅਰ ਹੋਮਸ ਵਿੱਚੋਂ ਦਰਜ ਹੋਈਆਂ ਨੇ। ਮਹਾਮਾਰੀ ਦੀ ਪਹਿਲੀ ਅਤੇ ਦੂਸਰੀ ਲਹਿਰ ਦੌਰਾਨ ਓਨਟਾਰੀਓ ਦੇ ਲੌਂਗ ਟਰਮ ਕੇਅਰ ਹੋਮਸ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਮਦਦ ਲਈ ਸਰਕਾਰ ਨੂੰ ਕੈਨੇਡੀਅਨ ਆਰਮਡ ਫੋਰਸਿਸ ਬੁਲਾਉਣੀਆਂ ਪਈਆਂ। ਜਦੋਂ ਆਰਮੀ ਨੇ ਇਹਨਾਂ ਘਰਾਂ ਬਾਰੇ ਆਪਣੀ ਰਿਪੋਰਟ ਪੇਸ਼ ਕੀਤੀ ਤਾਂ ਬਹੁਤ ਹੀ ਭਿਆਨਕ ਸੱਚ ਸਾਹਮਣੇ ਆਏ, ਜਿਨ੍ਹਾਂ ਵਿੱਚ ਰੈਜ਼ੀਡੈਂਟਸ ਪ੍ਰਤੀ ਲਾਪਰਵਾਹੀ, ਉਹਨਾਂ ਨੂੰ ਸਮੇਂ ਸਿਰ ਭੋਜਨ ਨਾ ਦੇਣਾ, ਘਰਾਂ ਵਿੱਚ ਕਾਕਰੋਚਾਂ ਅਤੇ ਕੀੜਿਆਂ ਦੀ ਮੌਜੂਦਗੀ ਅਤੇ ਕੋਵਿਡ-19 ਵਾਇਰਸ ਨਾਲ ਇਨਫੈਕਟਡ ਮਰੀਜ਼ਾਂ ਨੂੰ ਦੂਸਰੇ ਸਿਹਤਮੰਦ ਰੈਜ਼ੀਡੈਂਟਸ ਨਾਲ ਹੀ ਰੱਖਣਾ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਓਨਟਾਰੀਓ ਵਿੱਚ ਕੁੱਲ 627 ਲੌਂਗ ਟਰਮ ਕੇਅਰ ਹੋਮਸ ਨੇ, ਜਿਨ੍ਹਾਂ ਵਿੱਚ 27% ਦੀ ਮਲਕੀਅਤ ਪ੍ਰਾਈਵੇਟ ਨਾਟ ਫਾਰ ਪ੍ਰੋਫਿਟ ਆਰਗੇਨਾਈਜੇਸ਼ਨਸ ਕੋਲ ਹੈ। ਸਿਰਫ 16% ਹੀ ਪਬਲਿਕ ਹਨ ਅਤੇ 57% ਨਿੱਜੀ ਫਾਰ ਪ੍ਰੋਫਿਟ ਆਰਗੇਨਾਈਜੇਸ਼ਨਸ ਦੇ ਅਧੀਨ ਹਨ।
ਸੋ ਸਭ ਤੋਂ ਵੱਧ ਮੌਤਾਂ ਵੀ ਅੰਟਾਰੀਓ ਦੇ ਵਿੱਚ ਕੋਵਿਡ ਦੇ ਦੌਰਾਨ ਖਾਸ ਕਰਕੇ ਜਿਹੜੀਆਂ ਹੋਈਆਂ ਉਹ ਬਜ਼ੁਰਗਾਂ ਦੀਆਂ, ਖਾਸ ਕਰਕੇ ਪ੍ਰਾਈਵੇਟ ਲੌਂਗ ਟਰਮ ਕੇਅਰਾਂ 'ਚ ਹੋਈਆਂ। ਉੱਥੇ ਸਟਾਫਿੰਗ ਦਾ ਇਸ਼ੂ ਸੀ, ਕਿਉਂਕਿ ਸਟਾਫਿੰਗ ਪ੍ਰੋਫਿਟ ਨੂੰ ਮੋਹਰੇ ਰੱਖ ਕੇ ਸਟਾਫਿੰਗ ਕੀਤੀ ਨਹੀਂ ਗਈ ਤੇ ਉਹਦੇ ਅਧੀਨ ਜਿਹੜੇ ਬੰਦੇ ਬਿਮਾਰ ਵੀ ਸਨ ਉਹ ਵੀ ਰਿਪੀਟ ਹੋਈ ਗਏ। ਬਹੁਤ ਸਾਰੇ ਲੋਕੀ ਸੀ ਮਲਟੀਪਲ ਕੇਅਰ 'ਚ ਹੋਮ ਕੇਅਰ 'ਚ ਕੰਮ ਕਰਦੇ ਸੀ, ਇੱਕ ਕੇਅਰ ਤੋਂ ਉਹ ਜਿਹੜੀ ਆਪਣੀ ਡਿਜ਼ੀਜ਼ ਦੂਜੇ 'ਚ ਲੈ ਕੇ ਗਏ ਤੇ ਉਹ ਸਿੱਧੀ ਫਿਰ ਰੈਜ਼ੀਡੈਂਟ ਤੱਕ ਗਈ। ਸੋ ਇਹ ਸਿੱਧਾ ਇਹਦੇ 'ਚ ਕੋਈ ਬਹੁਤਾ ਤੁਹਾਨੂੰ ਦਿਮਾਗ ਲਾਉਣ ਦੀ ਲੋੜ ਨਹੀਂ ਪੈਂਦੀ। ਇਹ ਤਾਂ ਸਿੱਧਾ ਜ਼ਾਹਿਰ ਹੋ ਰਿਹਾ ਕਿ ਜਿਹੜਾ ਪ੍ਰਾਈਵੇਟ ਪਾਰਟ ਸੀ ਉਹ ਈਵਨ ਅੰਟਾਰੀਓ ਦਾ ਵੀ ਉਹ ਟੋਟਲੀ ਫੇਲੀਅਰ ਹੋਇਆ। 20 ਸਾਲ ਪਹਿਲਾਂ ਮਾਈਕ ਹੈਰਿਸ ਵੇਲੇ ਇਹਨੂੰ ਪ੍ਰਾਈਵੇਟਾਈਜ਼ ਕਰ ਦਿੱਤਾ ਗਿਆ ਸੀ। ਉਦੋਂ ਪਹਿਲਾਂ ਸਾਰੇ ਲੌਂਗ ਟਰਮ ਕੇਅਰ ਜਿਹੜੇ ਸਰਕਾਰੀ ਹੁੰਦੇ ਸੀ। ਸੋ ਹੁਣ ਜਿਹੜਾ ਇੱਕ ਬਿਜ਼ਨਸ ਹੈ, ਤੁਸੀਂ ਖਬਰਾਂ ਪੜ੍ਹਦੇ ਹੋ ਕਿ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਅੰਟਾਰੀਓ 'ਚ ਲੌਂਗ ਟਰਮ ਜਿਹੜੇ ਕੇਅਰ ਸੈਂਟਰ ਖੋਲ੍ਹ ਰਹੀਆਂ ਨੇ ਜਾਂ ਖਰੀਦ ਰਹੀਆਂ ਨੇ, ਕਿਉਂਕਿ ਉਹ ਇਹਨੂੰ ਇੱਕ ਪ੍ਰੋਫਿਟ ਸੈਂਟਰ ਦਿਖਦੀਆਂ ਨੇ। ਜਿਹੜੇ ਸਾਡੇ ਸੀਨੀਅਰਸ ਦੀ ਸਿਹਤ ਹੈ, ਉਹਨਾਂ ਦੇ ਜਿਹੜੇ ਆਖਰੀ ਸਾਲ ਨੇ ਉਹ ਕਿਸੇ ਦਾ ਪ੍ਰੋਫਿਟ ਸੈਂਟਰ ਨਹੀਂ ਹੋਣੇ ਚਾਹੀਦੇ। ਉਹ ਹੈਲਥ ਕੇਅਰ ਸਿਸਟਮ ਦਾ ਹਿੱਸਾ ਹੋਣੇ ਚਾਹੀਦੇ ਨੇ, ਉਹ ਸਾਰੇ ਸਰਕਾਰੀ ਹੋਣੇ ਚਾਹੀਦੇ ਨੇ। ਸਟੈਟਿਸਟਿਕਸ ਕੈਨੇਡਾ ਵੱਲੋਂ ਦੇਸ਼ ਭਰ ਤੋਂ 18,000 ਹੈਲਥ ਕੇਅਰ ਵਰਕਰਜ਼ ਨਾਲ ਕੀਤੇ ਇੱਕ ਸਰਵੇਖਣ ਮੁਤਾਬਕ 10 ਵਿੱਚੋਂ 7 ਹੈਲਥ ਕੇਅਰ ਵਰਕਰਾਂ ਦਾ ਕਹਿਣਾ ਹੈ ਕਿ ਕੋਵਿਡ-19 ਮਹਾਮਾਰੀ ਦੌਰਾਨ ਕੰਮ ਕਰਨ ਕਰਕੇ ਉਹਨਾਂ ਦੀ ਮਾਨਸਿਕ ਸਿਹਤ ਬਦਤਰ ਹੋਈ ਹੈ। ਕਮਿਊਨਿਟੀ ਐਕਟਿਵਿਸਟ ਅਤੇ ਹੈਲਥ ਕੇਅਰ ਵਰਕਰਾਂ ਦਾ ਮੰਨਣਾ ਹੈ ਕਿ ਸਰਕਾਰ ਵੱਲੋਂ ਇਸ ਮਸਲੇ ਨੂੰ ਬਿਲਕੁਲ ਹੀ ਨਜ਼ਰਅੰਦਾਜ਼ ਕੀਤਾ ਗਿਆ। ਮੈਂਟਲ ਹੈਲਥ ਨੂੰ ਸਿਸਟਮ ਨੇ ਬਿਲਕੁਲ ਤਰਜੀਹ ਨਹੀਂ ਦਿੱਤੀ। ਸਭ ਤੋਂ ਮੈਂਟਲ ਹੈਲਥ ਦੀ ਜਿਹੜੀ ਫੰਡਿੰਗ ਹੈ ਉਹਨੂੰ ਮੈਂਟਲ ਹੈਲਥ ਦੀ ਫੰਡਿੰਗ ਹੈ। ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਲੋਕੀ ਨੇ ਸਪੈਸ਼ਲ ਕਿਡਸ ਨੀਡ ਨੇ, ਆਰਟਿਸਟਿਕ ਨੇ, ADHD ਨੇ, ਉਹਨਾਂ ਦੀ ਫੰਡਿੰਗ ਫੋਰਡ ਸਰਕਾਰ ਨੇ ਆਉਣ ਤੋਂ ਪਹਿਲਾਂ ਹੀ ਬਹੁਤ ਸਾਰੀ ਘੱਟ ਕੀਤੀ ਸੀ। ਉਹ ਵੀ ਉਸ ਗੱਲ 'ਚ ਐਕਸਪੋਜ਼ ਹੋਇਆ ਕਿ ਉਹਨਾਂ ਬੰਦਿਆਂ ਨੇ ਇੰਨਾ ਸਫਰ ਕੀਤਾ। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਫਿਜ਼ੀਕਲੀ ਉਹ ਸਟਰੋਂਗ ਨੇ, ਪਰ ਉਹਨਾਂ ਨੂੰ ਕੋਈ ਡਿਪਰੈਸ਼ਨ ਹੈ, ਕੋਈ ਮੂਡ ਦੀ ਪ੍ਰੋਬਲਮ ਹੈ, ਕੋਈ ਬਾਈਪੋਲਰ ਹੈ, ਜਾਂ ਉਹਨਾਂ ਦਾ ਕੋਈ ਸਕਿਜ਼ੋਫਰੇਨੀਆ ਹੈ, ਤੇ ਉਹਦੀਆਂ ਜਿਹੜੀਆਂ ਸਰਵਿਸਿਜ਼ ਨੇ, ਖਾਸ ਕਰਕੇ ਜਦੋਂ ਉਹ ਇੰਨੇ ਬਿਮਾਰ ਨਹੀਂ ਹੁੰਦੇ ਕਿ ਉਹਨਾਂ ਨੂੰ ਹਸਪਤਾਲ 'ਚ ਦਾਖਲ ਕਰਵਾਉਣਾ ਪਵੇ, ਤੇ ਪਰ ਉਹਨਾਂ ਨੂੰ ਲੋੜ ਹੈ। ਇਹ ਬਹੁਤ ਵੱਡਾ ਗੈਪ ਹੈ। ਸੰਕਟ ਦੌਰਾਨ ਬਹੁਤ ਸਾਰੀਆਂ ਜ਼ਰੂਰੀ ਸਰਜਰੀਆਂ ਵਿੱਚ ਬਾਰ-ਬਾਰ ਕੀਤੀ ਦੇਰੀ ਨਾਲ ਬੈਕਲੌਗ ਲਗਾਤਾਰ ਵਧ ਰਿਹਾ ਹੈ। ਆਪਣੇ ਇਲਾਜ ਲਈ ਲੋਕ ਲੰਮਾ ਇੰਤਜ਼ਾਰ ਕਰਨ ਲਈ ਮਜਬੂਰ ਨੇ। ਜੇ ਪੀਲ ਰੀਜਨ ਦੀ ਗੱਲ ਕਰੀਏ ਤਾਂ ਓਨਟਾਰੀਓ ਵਿੱਚ ਸਿਹਤ ਲਈ ਸਭ ਤੋਂ ਘੱਟ ਫੰਡਿੰਗ ਇਸੇ ਖੇਤਰ ਨੂੰ ਮਿਲਦੀ ਹੈ। ਜ਼ਿਕਰਯੋਗ ਹੈ ਕਿ ਇਹ ਦੇਸ਼ ਦਾ ਉਹੀ ਇਲਾਕਾ ਹੈ ਜੋ ਮਹਾਮਾਰੀ ਦੌਰਾਨ ਸਭ ਤੋਂ ਵੱਧ ਪ੍ਰਭਾਵਿਤ ਰਿਹਾ। ਜਸਟਿਸ ਫਾਰ ਪੀਲ ਕੋਲੀਸ਼ਨ ਨਾਲ ਜੁੜੇ ਹੋਏ ਨਵੀ ਔਜਲਾ ਕਹਿੰਦੇ ਨੇ ਕਿ ਬਰੈਂਪਟਨ ਹਸਪੀਟਲ ਦੇ ਇੱਕ ਦੌਰੇ ਨਾਲ ਹੀ ਸਿਸਟਮ ਦੀਆਂ ਖਾਮੀਆਂ ਸਾਫ਼ ਨਜ਼ਰ ਆਉਣ ਲੱਗ ਪੈਂਦੀਆਂ ਨੇ। ਉਹਨਾਂ ਮੁਤਾਬਕ ਜਿੱਥੇ ਬਰੈਂਪਟਨ ਨੂੰ ਵਧੇਰੇ ਫੰਡਿੰਗ ਮਿਲਣੀ ਚਾਹੀਦੀ ਹੈ, ਉੱਥੇ ਸ਼ਹਿਰ ਨੂੰ ਇਸ ਸਮੇਂ 3 ਹਸਪਤਾਲਾਂ ਦੀ ਤੁਰੰਤ ਲੋੜ ਹੈ। ਜਦੋਂ ਆਪਾਂ ਹਸਪੀਟਲ ਜਾਂਦੇ ਆ ਉੱਥੇ ਵੇਟ ਟਾਈਮਸ ਕਿੰਨੇ ਹੁੰਦੇ ਨੇ, ਲੋਕਾਂ ਨੂੰ ਹਾਲਵੇਜ਼ ਦੇ ਵਿੱਚ ਟ੍ਰੀਟਮੈਂਟ ਦੇਣੀ ਪੈਂਦੀ ਆ। ਆਪਣੀ ਕਮਿਊਨਿਟੀ ਵਿੱਚ ਪਤਾ ਹੈ ਵੀ ਜੇ ਬਰੈਂਪਟਨ ਦੇ ਹਸਪੀਟਲ ਜਾਣਾ ਪਊਗਾ ਵੀ ਬਹੁਤ ਮੁਸ਼ਕਿਲ ਹੋਊਗਾ। ਸੋ ਆਪਾਂ ਕਾਫੀ ਲੋਕ ਤਾਂ ਜਾਂਦੇ ਵੀ ਨਹੀਂ ਹੈਗੇ। ਜਦੋਂ ਆਪਾਂ ਨੂੰ ਕੋਈ ਮੁਸ਼ਕਿਲ ਹੁੰਦੀ ਆਪਾਂ ਬਾਹਰਲੇ ਹਸਪੀਟਲ ਜਾਂਦੇ ਹਾਂ। ਸੋ ਇਹ ਬਹੁਤ ਵੱਡਾ ਕ੍ਰਾਈਸਿਸ ਹੈ। ਸੋ ਇੱਕ ਤਾਂ ਇਹ ਬਰੈਂਪਟਨ ਤੇ ਪੀਲ ਦੇ ਡਿਮਾਂਡਸ ਨੇ, ਪਰ ਨਾਲ ਪੂਰੇ ਆਨਟਾਰੀਓ ਦੇ ਹੈਲਥ ਕੇਅਰ ਸਿਸਟਮ ਲਈ ਇਹ ਚੇਂਜਸ ਦੀ ਲੋੜ ਹੈ। ਜੇ ਅਸੀਂ ਆਪਣੇ ਸ਼ਹਿਰ ਬਰੈਂਪਟਨ ਦੀ ਮੈਂ ਗੱਲ ਕਰਾਂ ਤਾਂ ਬਰੈਂਪਟਨ 'ਚ ਕੋਵਿਡ ਤੋਂ ਪਹਿਲਾਂ ਵੀ ਲਗਭਗ 4500 ਲੋਕੀ ਜਿਹੜੇ ਹਾਲਵੇ 'ਚ ਇਹ ਉਹਨਾਂ ਦਾ ਇਲਾਜ ਹੁੰਦਾ ਰਿਹਾ। ਔਰ ਜੇ ਅਸੀਂ ਵੇਖਿਆ ਜਾਵੇ ਤਾਂ ਜਦੋਂ ਡਗ ਫੋਰਡ ਦੀ ਗਵਰਨਮੈਂਟ ਆਈ ਸੀ, ਇਹਨਾਂ ਨੇ ਕਿਹਾ ਸੀ ਅਸੀਂ ਜਿਹੜੀ ਹਾਲਵੇ 'ਚ ਜਿਹੜੇ ਲੋਕਾਂ ਦਾ ਇਲਾਜ ਹੁੰਦਾ ਉਹਨੂੰ ਖਤਮ ਕਰਾਂਗੇ, ਨਵੇਂ ਬੈੱਡਸ ਇਸ਼ੂ ਕਰਾਂਗੇ ਔਰ ਫੰਡਿੰਗ ਵਧਾਵਾਂਗੇ। ਬਿਲਕੁਲ ਕੁਛ ਨਹੀਂ ਹੋਇਆ, ਕਲੈਕਸ਼ਨ ਸਟੰਟ ਹੀ ਬਣ ਕੇ ਰਹਿ ਗਿਆ। ਹਸਪਤਾਲਾਂ ਦੀ ਸਿਚੁਏਸ਼ਨ ਉਹੀ ਆ। ਸਾਡੇ ਲੋਕਲ ਹਸਪੀਟਲ ਦੀ ਕਪੈਸਿਟੀ ਆ ਕਿ 90,000 ਲੋਕਾਂ ਨੂੰ ਸਾਲ 'ਚ ਕਰ ਸਕਦਾ, ਉਹਨਾਂ ਦੀ ਕੇਅਰ ਕਰ ਸਕਦਾ, ਪਰ 1,20,000-1,30,000 ਤੋਂ ਉੱਪਰ ਲੋਕ ਵਿਜ਼ਿਟ ਕਰ ਰਹੇ ਆ। ਬਰੈਂਪਟਨ ਦੀ ਜੇ ਸਪੈਸੀਫਿਕਲੀ ਗੱਲ ਕਰਾਂ ਮੈਂ ਜੀ, ਆਪਣੇ ਕੋਵਿਡ ਦੇ ਵਿੱਚ ਆਪਾਂ 97 ਨਵੇਂ ਬੈੱਡਸ ਜਿਹੜੇ ਬਰੈਂਪਟਨ ਨੂੰ ਦਿੱਤੇ ਸੀ ਕਿ ਜਿਹੜਾ ਕੋਵਿਡ 'ਚ ਆਪਾਂ ਜਾਣਦੇ ਕਿ ਪੇਸ਼ੈਂਟਸ ਜਿਹੜਾ ਉਹਨਾਂ ਦੀ ਕੈਪੈਸਿਟੀ ਕਾਫੀ ਫੁੱਲ ਹੋ ਚੁੱਕੀ ਸੀ, ਉਹਨੂੰ ਐਡਰੈਸ ਕਰਨ ਦੇ ਲਈ ਉਹ 97 ਅਸੀਂ ਪਰਮਾਨੈਂਟ ਹੀ ਬੈੱਡ ਕਰ ਦਿੱਤੇ ਜਿਹੜੇ ਵਿਲੀਅਮ ਮਾਸਟਰ ਹੈਲਥ ਸਿਸਟਮ ਨੂੰ ਦਿੱਤੇ ਸੀ। ਉਹਦੇ ਨਾਲ ਜਿਹੜੇ ਮੈਂ ਕਿਹਾ 350+ ਬੈੱਡਸ ਜਿਹੜੇ ਹੋਰ ਆ ਰਹੇ ਆ। ਸੋ ਹੈਲਥ ਕੇਅਰ ਦੇ ਵਿੱਚ ਅਸੀਂ ਰੈਕਡ ਇਨਵੈਸਟਮੈਂਟ ਕਰ ਰਹੇ ਹਾਂ। ਇਹਨੂੰ ਕੋਈ ਪ੍ਰਾਈਵੇਟਾਈਜ਼ ਕਰਨ ਦੀ ਗੱਲ ਨਹੀਂ ਅਸੀਂ ਕਰ ਰਹੇ। ਅਸੀਂ ਇਹਨੂੰ ਪਬਲਿਕ ਹੈਲਥ ਕੇਅਰ ਸਿਸਟਮ ਜਿਹੜਾ ਹੈਗਾ ਉਹਨੂੰ ਹੋਰ ਮਜ਼ਬੂਤ ਕਰਨ ਦੀ ਗੱਲ ਕਰਾਂਗੇ। ਉਹ ਜੋ ਵੀ ਕਰਨਾ ਚਾਹੁੰਦੇ ਆ, ਜਿਹੜੇ ਇਨਵੈਸਟਮੈਂਟਸ ਸਾਡੇ ਕਮਿਊਨਿਟੀ ਦੇ ਵਿੱਚ ਚਾਹੀਦੀਆਂ ਸੀ ਉਹ ਕਰ ਸਕਦੇ ਸੀ 4 ਸਾਲਾਂ ਦੇ ਵਿੱਚ। ਹੁਣ ਇਲੈਕਸ਼ਨ ਤੇ ਪਹਿਲਾਂ ਇਹਨਾਂ ਨੇ ਬੜੀਆਂ ਪ੍ਰੋਮਿਸਿਸ ਬਣਾਈਆਂ, ਪਰ ਅੱਜ ਤੱਕ ਅਸੀਂ ਕੋਈ ਸ਼ਵਲਸ ਇਨ ਦ ਗਰਾਊਂਡ ਦੇਖਿਆ ਨਹੀਂ। ਆਪੋਜੀਸ਼ਨ ਮੈਂਬਰਸ ਨੇ ਫਾਈਟ ਕੀਤਾ ਐਂਡ ਐਡਵੋਕੇਟ ਕੀਤਾ। ਲਾਸਟ ਮੋਸ਼ਨ ਜਿਹੜਾ ਮੈਂ ਲੈਜਿਸਲੇਚਰ ਦੇ ਵਿੱਚ ਪ੍ਰੈਜ਼ੈਂਟ ਕੀਤਾ ਸੀ
was for a cancer care center at the city of Brampton ਦੇ ਵਿੱਚ ਉਹ ਇੱਕ ਸਕਸੈਸਫੁਲ ਮੋਸ਼ਨ ਸੀ। ਹੁਣ ਸਾਡੇ ਕਮਿਊਨਿਟੀ ਦੇ ਵਿੱਚ ਫਾਈਨਲੀ ਇੱਕ ਸਟੈਂਡ ਅਲੋਨ ਕੈਂਸਰ ਕੇਅਰ ਸੈਂਟਰ ਦਾ ਕਮਿਟਮੈਂਟ ਮਿਲਿਆ। ਸੈਕੰਡ ਹਸਪੀਟਲ ਦਾ ਟਾਈਮ ਤਾਂ ਚਲੇ ਗਿਆ, ਹੁਣ ਤਾਂ ਬ੍ਰੈਂਪਟਨ ਨੂੰ ਤੀਜਾ ਹਸਪੀਟਲ ਚਾਹੀਦਾ ਵਾ। ਸੋ ਸਾਨੂੰ ਇਦਾਂ ਦੇਖਣਾ ਚਾਹੀਦਾ, ਅਸੀਂ ਉਦਾਂ ਹੀ ਪ੍ਰੋਮਿਸ ਨੂੰ ਕੈਂਸਲ ਕਰਕੇ ਦੁਬਾਰਾ ਨਹੀਂ ਉਦਾਂ ਹੀ ਕਹਿ ਸਕਦੇ। ਸਾਨੂੰ ਟੁਗੇਦਰ ਵਰਕ ਕਰਨਾ ਚਾਹੀਦਾ। ਜਿਹੜੀ ਹੁਣ ਸਾਡੀ ਪ੍ਰੋਬਲਮ ਅੱਜ ਦੀ ਪ੍ਰੋਬਲਮ ਆ, ਕੱਲ ਨੂੰ ਦੀ ਪ੍ਰੋਬਲਮ ਆ, ਉਹਨੂੰ ਅਸੀਂ ਕਿਵੇਂ ਟੈਕਲ ਕਰ ਸਕਦੇ ਹਾਂ। Yeah, I think it's a question of resources, right? I think it's a question of how things are allocated. So, one of the things that the Greens speak to is sustainable planning and healthy communities, right? And everything is connected. ਓਨਟਾਰੀਓ ਸਰਕਾਰ ਸਾਲ 2019 ਵਿੱਚ ਬਿੱਲ 124 ਲੈ ਕੇ ਆਈ ਸੀ ਜੋ ਪਬਲਿਕ ਸੈਕਟਰ ਵਰਕਰਾਂ ਦੇ ਵੇਤਨ ਵਿਚਲੇ ਵਾਧੇ ਨੂੰ 3 ਸਾਲ ਲਈ ਵੱਧ ਤੋਂ ਵੱਧ 1% ਤੱਕ ਸੀਮਿਤ ਕਰਦਾ ਹੈ, ਜੋ ਮਹਾਮਾਰੀ ਦੌਰਾਨ ਹੈਲਥ ਸੈਕਟਰ ਦੇ ਵਰਕਰਾਂ ਵਾਸਤੇ ਬਹੁਤ ਹੀ ਨਾਪੱਖੀ ਕਦਮ ਰਿਹਾ। NDP, ਲਿਬਰਲਸ ਅਤੇ ਗ੍ਰੀਨਸ ਤਿੰਨੋਂ ਪਾਰਟੀਆਂ ਵੱਲੋਂ ਹੀ ਜਿੱਤਣ ਤੇ ਬਿੱਲ 124 ਨੂੰ ਰੱਦ ਕਰਨ ਦਾ ਵਾਅਦਾ ਕੀਤਾ ਗਿਆ ਹੈ। PSW ਸਟਾਫ ਨੂੰ ਫੋਰਡ ਗਵਰਨਮੈਂਟ ਨੇ $10 ਦੀ ਇਨਕਰੀਜ਼ ਦਿੱਤੀ ਸੀ, ਜਿਹੜੀ ਕਿ ਹਾਲੇ ਵੀ ਚੱਲੀ ਜਾ ਰਹੀ ਆ, ਪਰ ਨਰਸਸ ਨੂੰ $1 ਵੀ ਨਹੀਂ ਦਿੱਤਾ ਤੇ ਉਹਨੇ $5000 ਦਾ ਪ੍ਰੋਮਿਸ ਕੀਤਾ ਸੀ ਪਿਛਲੇ ਸਾਲ, ਪਰ ਉਹ ਮੈਨੂੰ ਲੱਗਦਾ ਕਿ ਬਹੁਤ ਗਿਣਤੀ ਨਰਸਾਂ ਤੱਕ ਹਾਲੇ ਤੱਕ, ਮੇਰੇ ਤੱਕ ਤਾਂ ਹਾਲੇ ਪਹੁੰਚਿਆ ਨਹੀਂ। ਜੇ ਕਿਸੇ ਕੋ ਪਹੁੰਚਿਆ ਤਾਂ ਚੰਗੀ ਗੱਲ ਹੈ, ਪਰ ਮੈਨੂੰ ਲੱਗਦਾ ਉਹ ਵੀ ਟੈਂਪਰੇਰੀ ਰਿਲੀਫ ਹੈ। ਹਾਲਾਂਕਿ ਜਿਹੜੀਆਂ ਵੇਜਸ ਆ, ਜਿਹੜਾ ਬਿੱਲ 124 ਆ, ਉਹਦੇ ਅਧੀਨ ਨਰਸਸ ਦੀ ਵੇਜਸ ਤਾਂ ਬਿਲਕੁਲ ਫਰੀਜ਼ ਕੀਤੀ ਆ ਤੇ ontario ਹੈਲਥ ਕਮਿਸ਼ਨ ਵੀ ਹੋਰ ਵੀ ਜਿਹੜੀ ਨਰਸਸ ਯੂਨੀਅਨ ਆ ਉਹ ਇਹ ਮੰਗ ਕਰਦੀਆਂ ਕਿ ਉਹਨਾਂ ਦੀ ਜਿਹੜੀ ਵੇਜਸ ਆ ਉਹ ਬਿਹਤਰ ਕੀਤੀ ਜਾਣ ਸਾਰੇ ਹੈਲਥ ਕੇਅਰ ਪ੍ਰੋਫੈਸ਼ਨਲਸ ਦੀਆਂ। ਸਮਾਜਿਕ ਕਾਰਕੁਨਾਂ ਅਤੇ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ 2 ਜੂਨ ਨੂੰ ਵੋਟ ਪਾਉਣ ਤੋਂ ਪਹਿਲਾਂ ਸੂਬੇ ਦੇ ਲੋਕਾਂ ਨੂੰ ਸਾਰੀਆਂ ਪਾਰਟੀਆਂ ਦੇ ਪਲੇਟਫਾਰਮਸ ਤੇ ਜ਼ਰੂਰ ਨਿਗਾਹ ਮਾਰ ਲੈਣੀ ਚਾਹੀਦੀ ਹੈ। ਖਾਸ ਕਰਕੇ ਇਹ ਦੇਖਣਾ ਚਾਹੀਦਾ ਹੈ ਕਿ ਪਾਰਟੀਆਂ ਹੈਲਥ ਕੇਅਰ ਦੇ ਮਾਮਲੇ ਵਿੱਚ ਕਿਸ ਤਰ੍ਹਾਂ ਦੇ ਵਾਅਦੇ ਕਰ ਰਹੀਆਂ ਨੇ। ਉਹਨਾਂ ਕਿਹਾ ਕਿ ਸੂਬੇ ਵਿੱਚ ਖਾਸ ਕਰਕੇ GTA ਦੇ ਖੇਤਰ ਵਿੱਚ ਹੈਲਥ ਕੇਅਰ ਸਿਸਟਮ ਦੀ ਸਥਿਤੀ ਇਸ ਸਮੇਂ ਬਹੁਤ ਹੀ ਕਮਜ਼ੋਰ ਹੈ। ਜੇ ਹੌਲੀ-ਹੌਲੀ ਨਿੱਜੀਕਰਨ ਵੱਲ ਜਾ ਰਹੇ ਇਸ ਸਿਸਟਮ ਨੂੰ ਬਚਾਉਣ ਲਈ ਸਹੀ ਸਮੇਂ ਤੇ ਕਦਮ ਨਾ ਚੁੱਕੇ ਗਏ ਤਾਂ ਇਹ ਮਸਲਾ ਦਿਨੋਂ ਦਿਨ ਗੰਭੀਰ ਬਣਦਾ ਜਾਣਾ ਹੈ। ਪਹਿਲੀ ਤਾਂ ਗੱਲ ਇਹ ਆ ਕਿ ਪਬਲਿਕ ਵੈਲ ਫੰਡਡ ਜਿਹੜਾ ਕੁਆਲਿਟੀ ਹੈਲਥ ਕੇਅਰ ਸਿਸਟਮ ਆ ਉਹ ਵੇਖਣਾ ਚਾਹੀਦਾ ਕਿ ਕੋਈ ਪਾਰਟੀ ਇਹਨਾਂ 'ਚੋਂ ਸਪੋਰਟ ਕਰ ਰਹੀ ਆ। ਅਸੀਂ ਲਿਬਰਲ ਨੂੰ ਵੀ ਦੇਖਿਆ, ਉਹਨਾਂ ਨੇ ਵੀ ਜਿਹੜੀ ਪ੍ਰਾਈਵੇਟ ਫੰਡਿੰਗ, ਜਿਹੜੇ ਪ੍ਰਾਈਵੇਟ ਕਲੀਨਿਕ ਸੀਗੇ ਉਹ ਲੈ ਕੇ ਆਂਦੇ ਔਰ ਵੱਡੀ ਗਿਣਤੀ 'ਚ ਜਿਹੜੀਆਂ ਸਰਵਿਸਿਜ਼ ਗੌਰਮੈਂਟ ਮੁਹੱਈਆ ਕਰਾਉਂਦੀ ਸੀ ਉਹ ਸਾਰੀਆਂ ਪ੍ਰਾਈਵੇਟ ਹੋਈਆਂ ਅੰਡਰ ਪ੍ਰਾਈਵੇਟ ਕਲੀਨਿਕਸ। ਔਰ ਪ੍ਰਾਈਵੇਟ ਕਲੀਨਿਕਸ ਦੀ ਜਦੋਂ ਇਨਵੈਸਟੀਗੇਸ਼ਨ ਹੋਈ 50% ਤੇ ਉਹ ਪਾਸ ਨਹੀਂ ਕਰ ਸਕੇ ਸਟੈਂਡਰਡਸ, ਔਰ ਬਹੁਤ ਸਾਰਿਆਂ 'ਚ ਇਹ ਦੇਖਿਆ ਗਿਆ ਕਿ ਲੋਕਾਂ ਦੀ ਸਿਹਤ ਨੂੰ ਨੁਕਸਾਨ ਹੋਇਆ। ਤੋ ਇਹ ਵੇਖਣ ਦੀ ਲੋੜ ਆ ਕਿ ਕਿਹੜੀ ਪਾਰਟੀ ਸਾਡਾ ਜਿਹੜਾ ਵੈਲ ਫੰਡਡ ਕੁਆਲਿਟੀ ਪਬਲਿਕ ਹੈਲਥ ਕੇਅਰ ਸਿਸਟਮ ਆ ਗੌਰਮੈਂਟ ਦੀ ਫੰਡਿੰਗ ਅੰਡਰ, ਉਹਦੇ 'ਚ ਆਈ ਕੇਅਰ ਵੀ ਆਉਣੀ ਚਾਹੀਦੀ, ਡੈਂਟਲ ਕੇਅਰ ਵੀ ਆਉਣੀ ਚਾਹੀਦੀ, ਲੌਂਗ ਟਰਮ ਕੇਅਰ ਵੀ ਆਉਣੀ ਚਾਹੀਦੀ, ਮੈਂਟਲ ਹੈਲਥ ਵੀ ਆਉਣੀ ਚਾਹੀਦੀ। ਅਨੁਰੀਤ, ਓਮਨੀ ਨਿਊਜ਼, ਬਰੈਂਪਟਨ।